ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲਦੀ ਹੋਏਗੀ। ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ, ਮੋਸਟ ਇੰਪੋਰਟੈਂਟ ਹਿਸਟਰੀ ਦਾ MCQ। ਤੇ ਇਹ ਵੀਡੀਓ ਬੜੀ ਹੀ ਇੰਪੋਰਟੈਂਟ ਰਹਿਣ ਵਾਲੀ ਹੈ ਜਿਹੜੇ ਬੱਚੇ ਜੇਲ੍ਹ ਵਾਰਡਰ, ਸੀਨੀਅਰ ਅਸਿਸਟੈਂਟ ਤੇ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰਦੇ ਪਏ। ਤੇ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ, ਇਹਨਾਂ ਵਿੱਚੋਂ ਕੌਣ ਆਲ ਇੰਡੀਆ ਮੁਸਲਿਮ ਲੀਗ ਦਾ ਸੰਸਥਾਪਕ ਸੀ? ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਫਾਊਂਡਰ ਆਫ ਆਲ ਇੰਡੀਆ ਮੁਸਲਿਮ ਲੀਗ? ਮੁਸਲਿਮ ਲੀਗ ਨੂੰ ਬਣਾਉਣ ਵਾਲੇ ਦਾ ਨਾਂ ਪੁੱਛਿਆ ਤੇ ਇਹਦਾ ਆਨਸਰ ਹੈ ਨਵਾਬ ਸਲੀਮੁੱਲਾ ਖਾਨ ਆਫ ਢਾਕਾ। ਅਗਰ ਤੁਹਾਡੇ ਤੋਂ ਪੁੱਛਿਆ ਜਾਏ ਕਿ ਆਲ ਇੰਡੀਆ ਮੁਸਲਿਮ ਲੀਗ ਬਣੀ ਕਦੋਂ ਸੀ ਤਾਂ ਆਨਸਰ ਹੈ 1906 ਢਾਕਾ ਦੇ ਵਿੱਚ। ਠੀਕ ਹੈ, ਤਾਂ ਬਣਾਉਣ ਵਾਲੇ ਕੌਣ ਸੀਗੇ? ਨਵਾਬ ਸਲੀਮੁੱਲਾ ਆਫ ਢਾਕਾ। ਆਗਾ ਖਾਨ ਵੀ ਮੁਸਲਿਮ ਲੀਗ ਦੇ ਹੀ ਮੈਂਬਰ ਸੀਗੇ, ਬਟ ਹੀ ਵਾਜ਼ ਦਾ ਫਸਟ ਪ੍ਰੈਜ਼ੀਡੈਂਟ। ਇਹ ਫਸਟ ਪ੍ਰੈਜ਼ੀਡੈਂਟ ਸੀਗੇ। ਤੇ ਇਹਨਾਂ ਤੁਸੀਂ ਯਾਦ ਰੱਖਣਾ, ਅਗਰ ਫਾਊਂਡਰ ਦਾ ਨਾਮ ਪੁੱਛੇਗਾ ਤਾਂ ਨਵਾਬ ਸਲੀਮੁੱਲਾ, ਤੇ ਅਗਰ ਫਸਟ ਪ੍ਰੈਜ਼ੀਡੈਂਟ ਪੁੱਛੇਗਾ ਤੇ ਆਗਾ ਖਾਨ ਰਹਿਣਗੇ। ਬ੍ਰਿਟਿਸ਼ ਕਾਲ ਵਿੱਚ ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ? ਤੇ ਵੇਅਰ ਵਾਜ਼ ਦਾ ਕੈਪੀਟਲ ਆਫ ਇੰਡੀਆ ਬਿਫੋਰ ਦਿੱਲੀ ਅੰਡਰ ਦਾ ਬ੍ਰਿਟਿਸ਼ ਪੀਰੀਅਡ? ਤਾਂ ਦਿੱਲੀ ਦੀ ਕੈਪੀਟਲ ਬ੍ਰਿਟਿਸ਼ ਕਾਲ ਦੇ ਟਾਈਮ 'ਚ, ਮੈਂ ਬ੍ਰਿਟਿਸ਼ ਟਾਈਮ ਤੋਂ ਉਸ ਤੋਂ ਪਹਿਲੇ ਇੰਡੀਆ ਦੀ ਕੈਪੀਟਲ ਕਿਹੜੀ ਸੀ ਤਾਂ ਆਨਸਰ ਹੈ ਕਲਕੱਤਾ। ਠੀਕ ਹੈ, 1911 'ਚ ਇੰਡੀਆ ਦੀ ਕੈਪੀਟਲ ਬਣਾਈ ਗਈ ਸੀ ਦਿੱਲੀ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਤੇ 1911 'ਚ ਹੋਰ ਕੀ ਹੋਇਆ ਸੀਗਾ? 1911 'ਚ ਦੋ ਚੀਜ਼ਾਂ ਹੋ ਰਹੀਆਂ ਸੀਗੀਆਂ। 1911 'ਚ ਜਿਹੜਾ ਪਾਰਟੀਸ਼ਨ ਆਫ ਬੰਗਾਲ ਸੀ, ਬੰਗਾਲ ਦਾ ਬਟਵਾਰਾ ਸੀ, ਉਹਨੂੰ ਵਾਪਸ ਲੈ ਦਿੱਤਾ ਗਿਆ ਸੀਗਾ। ਤੇ ਦੂਸਰੀ ਚੀਜ਼ ਸੀਗੀ ਕਿ ਦਿੱਲੀ ਦਰਬਾਰ ਲੱਗਿਆ ਸੀਗਾ। ਦਿੱਲੀ ਦਰਬਾਰ ਵੀ ਹੋਇਆ ਸੀਗਾ, ਦਿੱਲੀ ਦਰਬਾਰ। ਠੀਕ ਹੈ, ਦਿੱਲੀ ਦਰਬਾਰ ਵੀ 1911 'ਚ ਹੋਇਆ ਸੀ। ਤੇ ਇੰਡੀਆ ਦੀ ਪਹਿਲੇ ਕਲਕੱਤਾ ਕੈਪੀਟਲ ਸੀਗੀ, ਬਾਅਦ 'ਚੋਂ ਦਿੱਲੀ ਕਰਤੀ 1911 'ਚ। ਇਹਨੂੰ ਯਾਦ ਰੱਖੋ, ਬੜਾ ਇੰਪੋਰਟੈਂਟ ਕੁਐਸਚਨ ਹੈ। ਇਹਨਾਂ ਵਿੱਚੋਂ ਕਿਸ ਨੂੰ 1938 ਅਤੇ 1939 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ? 1938 ਤੇ 39 ਦੇ ਟਾਈਮ 'ਚ ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ? ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸੀ ਉਹ 1885 'ਚ ਬਣੀ ਸੀ। ਤਾਂ ਉਹਦੇ 'ਚ ਕੀ ਹੁੰਦਾ ਸੀਗਾ ਕਿ ਹਰ ਸਾਲ ਉਹਦਾ ਇੱਕ ਸੈਸ਼ਨ ਹੁੰਦਾ ਸੀ, ਡਿਫਰੈਂਟ ਏਰੀਆਜ਼ 'ਤੇ ਡਿਫਰੈਂਟ ਲੋਕੇਸ਼ਨ 'ਤੇ ਇੱਕ ਸੈਸ਼ਨ ਲਗਾਉਂਦੇ ਸੀ। ਅਤੇ ਕੁਐਸਚਨ 'ਚ ਪੁੱਛਿਆ ਗਿਆ ਹੈ ਕਿ 1938 1939 ਦੇ ਵਿੱਚ ਉਸ ਸੈਸ਼ਨ ਦਾ ਪ੍ਰੈਜ਼ੀਡੈਂਟ ਕੌਣ ਸੀਗਾ? ਹਰ ਸਾਲ ਨਵਾਂ ਪ੍ਰੈਜ਼ੀਡੈਂਟ ਬਣਦਾ ਸੀਗਾ। ਕਾਫੀ ਇੰਪੋਰਟੈਂਟ ਕੁਐਸਚਨ ਹੈ। 1938 ਤੇ 39 ਵਿੱਚ ਸੁਭਾਸ਼ ਚੰਦਰ ਬੋਸ ਪ੍ਰੈਜ਼ੀਡੈਂਟ ਸੀਗੇ। ਕਈ ਵਾਰ ਕੁਐਸਚਨ ਇੱਦਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਬਈ 1938 ਜਿਹੜਾ ਸੈਸ਼ਨ ਹੋਇਆ ਸੀਗਾ ਉਹਦਾ ਪ੍ਰੈਜ਼ੀਡੈਂਟ ਕੌਣ ਸੀਗਾ? ਤਾਂ ਉਹਦਾ ਸੁਭਾਸ਼ ਚੰਦਰ ਬੋਸ ਸੀਗੇ। ਨਾਲ ਉਹ ਜਗ੍ਹਾ ਦਾ ਨਾਮ ਵੀ ਪੁੱਛ ਸਕਦੇ ਕਿ ਇਹ ਕਾਂਗਰਸ ਦਾ ਸੈਸ਼ਨ ਹੋਇਆ ਕਿੱਥੇ ਸੀ? ਅਤੇ ਇਹਦਾ ਆਨਸਰ ਹੈ ਹਰੀਪੁਰ। ਹਰੀਪੁਰ 'ਚ ਇਹਦਾ ਸੈਸ਼ਨ ਹੋਇਆ ਸੀਗਾ। ਅਤੇ 1939 ਵਾਲਾ ਹੋਇਆ ਸੀਗਾ ਤ੍ਰਿਪੁਰੀ 'ਚ। ਅਤੇ 1939 ਦੇ ਬਾਅਦ ਜਿਹੜੇ ਆਪਣੇ ਸੁਭਾਸ਼ ਚੰਦਰ ਬੋਸ ਸੀ ਇਲੈਕਟ ਤਾਂ ਹੋ ਗਏ ਸੀ, ਪ੍ਰੈਜ਼ੀਡੈਂਟ ਬਣ ਗਏ ਸੀਗੇ, ਪਰ ਗਾਂਧੀ ਜੀ ਦੇ ਨਾਲ ਇਹਨਾਂ ਦੇ ਕੁਛ ਇਸ਼ੂਜ਼ ਸੀਗੇ, ਇਸ ਕਰਕੇ ਇਹਨਾਂ ਨੇ ਕਾਂਗਰਸ ਨੂੰ ਛੱਡਤਾ ਅਤੇ ਇੱਕ ਨਵਾਂ ਬਲਾਕ ਬਣਾਇਆ ਸੀਗਾ। ਤਾਂ ਉਸ ਬਲਾਕ ਦਾ ਨਾਂ ਹੈ ਫਾਰਵਰਡ ਬਲਾਕ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਫਾਰਵਰਡ ਬਲਾਕ ਕੁਐਸਚਨ ਡਾਇਰੈਕਟ ਆਉਂਦਾ ਹੈ। ਫਾਰਵਰਡ ਬਲਾਕ ਬਣਾਉਣ ਵਾਲੇ ਕੌਣ ਸੀਗੇ? ਅਤੇ ਇਹਨਾਂ ਦਾ ਨਾਂ ਹੈ ਸੁਭਾਸ਼ ਚੰਦਰ ਬੋਸ। ਇੰਡੀਅਨ ਨੈਸ਼ਨਲ ਕਾਂਗਰਸ ਵਾਸ ਫਾਊਂਡਡ ਬਾਏ? ਇੰਡੀਅਨ ਨੈਸ਼ਨਲ ਕਾਂਗਰਸ ਦੀ ਸੰਸਥਾਪਨਾ ਕਿਹਨੇ ਕੀਤੀ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਆਨਸਰ ਹੈ A.O. ਹਿਊਮ। ਬੜਾ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਚਲੋ ਕਾਂਗਰਸ ਦੇ ਬਾਰੇ ਥੋੜ੍ਹਾ ਜਾਣਦੇ ਹਾਂ। ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ 1885 'ਚ ਬਣਾਈ ਗਈ ਸੀਗੀ ਬਾਏ ਐਲਨ ਓਕਟੇਵੀਅਨ ਹਿਊਮ। ਅੰਗਰੇਜ਼ ਸੀਗੇ। ਅਤੇ ਕਾਂਗਰਸ ਦਾ ਜਿਹੜਾ ਪਹਿਲਾ ਸੈਸ਼ਨ ਹੋਇਆ ਸੀਗਾ ਉਹ ਸੈਸ਼ਨ ਹੋਇਆ ਸੀਗਾ ਬੰਬੇ ਵਿੱਚ। ਬੰਬੇ 'ਚ ਸੈਸ਼ਨ ਹੋਇਆ ਸੀ। ਅਤੇ ਜਿਹੜਾ ਪਹਿਲਾ ਸੈਸ਼ਨ ਹੋਇਆ ਸੀ ਉਹਦੇ ਪ੍ਰੈਜ਼ੀਡੈਂਟ ਦਾ ਨਾਂ ਹੈ ਵੋਮੇਸ਼ ਚੰਦਰ ਬੈਨਰਜੀ, ਜਿਹਨੂੰ VC ਬੈਨਰਜੀ ਵੀ ਕਹਿੰਦੇ। ਇਹ ਕਾਂਗਰਸ ਦੇ ਪਹਿਲੇ ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਅਗਰ ਤੁਹਾਡੇ ਤੋਂ ਪੁੱਛਿਆ ਜਾਏ ਕਿ ਕਾਂਗਰਸ ਦੇ ਸਭ ਤੋਂ ਯੰਗੈਸਟ ਪ੍ਰੈਜ਼ੀਡੈਂਟ ਕੌਣ ਸੀਗੇ ਤਾਂ ਆਨਸਰ ਹੈ ਅਬਦੁਲ ਕਲਾਮ ਆਜ਼ਾਦ। ਅਤੇ ਕਾਂਗਰਸ ਦੇ ਪਹਿਲੇ ਇੰਗਲਿਸ਼ਮੈਨ ਜਾਂ ਫਿਰ ਪਹਿਲੇ ਅੰਗਰੇਜ਼ ਜਿਹੜਾ ਕਾਂਗਰਸ ਦੇ ਪ੍ਰੈਜ਼ੀਡੈਂਟ ਬਣਦੇ ਨੇ ਉਹਨਾਂ ਦਾ ਨਾਂ ਕੀ ਸੀਗਾ? ਜਾਰਜ ਯੂਲ। ਤੁਸੀਂ ਹੁਣ ਮੈਨੂੰ ਕਮੈਂਟ ਬਾਕਸ 'ਚ ਇੱਕ ਗੱਲ ਦੱਸਣੀ ਹੈ ਕਿ ਕਾਂਗਰਸ ਦਾ ਪਹਿਲਾ ਸੈਸ਼ਨ ਤਾਂ ਬੰਬੇ 'ਚ ਹੋਇਆ ਸੀਗਾ, ਬਟ ਬੰਬੇ ਤੋਂ ਹੋਣ ਤੋਂ ਪਹਿਲੇ ਇਹ ਕਿੱਥੇ ਦਾ ਪਲਾਨ ਕੀਤਾ ਸੀਗਾ, ਮਤਲਬ ਕਿੱਥੇ ਪਲਾਨ ਕੀਤਾ ਸੀ ਇਹ ਸੈਸ਼ਨ ਹੋਏਗਾ? ਤਾਂ ਉਸ ਜਗ੍ਹਾ ਦਾ ਨਾਂ ਤੁਸੀਂ ਕਮੈਂਟ ਬਾਕਸ 'ਚ ਲਿਖਣਾ। ਦ ਗਾਂਧੀ ਇਰਵਿਨ ਪੈਕਟ ਵਾਜ਼ ਐਸੋਸੀਏਟਿਡ ਟੂ ਵਿਚ ਆਫ ਦ ਫੋਲੋਇੰਗ ਮੂਵਮੈਂਟ ਆਫ ਇੰਡੀਆ? ਗਾਂਧੀ ਇਰਵਿਨ ਸਮਝੌਤਾ ਜਿਹੜਾ ਹੋਇਆ ਸੀਗਾ ਉਹ ਹੇਠ ਲਿਖਿਆ ਅੰਦੋਲਨਾਂ ਵਿੱਚੋਂ ਕਿਸ ਨਾਲ ਜੁੜਿਆ ਹੋਇਆ ਹੈ? ਠੀਕ ਹੈ, ਅਤੇ ਗਾਂਧੀ ਇਰਵਿਨ ਪੈਕਟ ਜਿਹੜਾ ਹੋਇਆ ਸੀਗਾ
ਉਹ ਜੁੜਿਆ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਨਾਲ। ਚਲੋ ਇਹਦੇ ਬਾਰੇ ਕੁਝ ਜਾਣਦੇ ਹਾਂ। ਦੇਖੋ ਜਿਹੜੀ ਡੇਟਸ ਹੁੰਦੀਆਂ ਨੇ, ਕੋਈ ਵੀ ਸਮਝੌਤਾ ਹੋਏਗਾ, ਜਿੱਦਾਂ ਗਾਂਧੀ ਇਵਨ ਪੈਕਟ ਹੋ ਗਿਆ ਜਾਂ ਫਿਰ ਸਵਦੇਸ਼ੀ ਮੂਵਮੈਂਟ, ਨॉन ਕੋਆਪਰੇਸ਼ਨ ਮੂਵਮੈਂਟ, ਜਲਿਆਂਵਾਲਾ ਬਾਗ, ਇਹ ਸਾਰੀ ਜਿਹੜੀ ਚੀਜ਼ਾਂ ਹਨ, ਜੋ ਵੀ ਇਵੈਂਟਸ ਹੋਏ, ਮਾਡਰਨ ਹਿਸਟਰੀ 'ਚ ਇਹਨਾਂ ਦੀ ਡੇਟ ਬੜੀ ਇੰਪੋਰਟੈਂਟ ਹੈ। ਤਾਂ ਅਗਰ ਤੁਹਾਡੇ ਤੋਂ ਪੁੱਛਿਆ ਜਾਏ ਗਾਂਧੀ ਇਰਵਿਨ ਪੈਕਟ ਕਦੋਂ ਹੋਇਆ ਸੀਗਾ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਡੇਟ ਸਾਹਮਣੇ ਲਿਖੀ ਹੈ 5 ਮਾਰਚ 1931। ਇਸ ਸਮਝੌਤੇ 'ਚ ਕੀ ਚੀਜ਼ਾਂ ਸੀਆਂ, ਕੀ ਗਾਂਧੀ ਜੀ ਨੇ ਕੀ ਰੱਖੀ ਸੀ ਆਪਣੀ ਸ਼ਰਤਾਂ, ਇਹ ਸਾਰੀ ਚੀਜ਼ਾਂ ਸਾਹਮਣੇ ਨੇ। ਠੀਕ ਹੈ, ਤੇ ਕਾਫੀ ਇੰਪੋਰਟੈਂਟ ਹੈ, ਇਹਨਾਂ ਵੀ ਤੁਸੀਂ ਨੋਟ ਕਰਨਾ। ਜਦੋਂ ਗਾਂਧੀ ਇਰਵਿਨ ਪੈਕਟ ਸਾਈਨ ਹੋ ਗਿਆ ਸੀ 1931, ਉਹਦੇ ਬਾਅਦ ਹੀ ਗਾਂਧੀ ਜੀ ਰੈਡੀ ਹੋਏ ਸੀ ਕਿ ਵੀ ਅਸੀਂ ਲੰਡਨ ਜਾ ਕੇ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਨੂੰ ਅਟੈਂਡ ਕਰਾਂਗੇ। ਫਿਰ ਗਾਂਧੀ ਜੀ ਨੇ ਉਹ ਮੀਟਿੰਗ ਅਟੈਂਡ ਵੀ ਕੀਤੀ ਸੀ। Who was the first woman president of Indian National Congress? ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਸਾਡੀ, ਉਹਦੀ ਪਹਿਲੀ ਫਸਟ ਵੂਮਨ ਪ੍ਰੈਜ਼ੀਡੈਂਟ ਕੌਣ ਬਣੀ ਸੀ? ਤੇ ਇਹਦਾ ਆਨਸਰ ਹੈ ਐਨੀ ਬਸੰਤ। ਬਟ ਇੱਕ ਚੀਜ਼ ਤੁਸੀਂ ਨੋਟ ਕਰਨੀ ਹੈ, ਉਹਨੇ ਪੁੱਛਿਆ ਕਿ ਫਸਟ ਵੂਮਨ ਪ੍ਰੈਜ਼ੀਡੈਂਟ, ਪਹਿਲੀ ਮਹਿਲਾ ਤਾਂ ਐਨੀ ਬਸੰਤ ਸੀ। ਅਗਰ ਕੁਐਸਚਨ 'ਚ ਪੁੱਛਿਆ ਜਾਂਦਾ ਫਸਟ ਇੰਡੀਅਨ ਵੂਮਨ, ਕਿਉਂਕਿ ਐਨੀ ਬਸੰਤ ਵਾਸ ਨਾਟ ਐਨ ਇੰਡੀਅਨ, ਇਹ ਐਨੀ ਬਸੰਤ ਇੰਡੀਅਨ ਹੀ ਸੀਗੀ। ਪਰ ਅਗਰ ਤੁਹਾਡੇ ਤੋਂ ਪੁੱਛਣ ਦਾ ਫਸਟ ਇੰਡੀਅਨ ਵੂਮਨ, ਕੋਈ ਇੰਡੀਅਨ ਵੂਮਨ ਦੱਸੋ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਪ੍ਰੈਜ਼ੀਡੈਂਟ ਬਣੀ ਸੀ, ਤਾਂ ਉਸ ਵੇਲੇ ਇਸ ਕੁਐਸਚਨ ਦਾ ਆਨਸਰ ਬਣਦਾ ਸਰੋਜਨੀ ਨਾਇਡੂ। ਠੀਕ ਹੈ, ਫਸਟ ਵੂਮਨ ਪੁੱਛੇਗਾ ਤਾਂ ਐਨੀ ਬਸੰਤ ਆਏਗੀ। ਬਟ ਅਗਰ ਤੁਹਾਡੇ ਤੋਂ ਪੁੱਛਿਆ ਜਾਂਦਾ ਫਸਟ ਇੰਡੀਅਨ ਵੂਮਨ, ਜਿਹੜੀ ਭਾਰਤੀ ਮਹਿਲਾ ਜਿਹੜੀ ਫਸਟ ਕਾਂਗਰਸ ਪ੍ਰੈਜ਼ੀਡੈਂਟ ਬਣਦੀ ਹੈ, ਉਹਦਾ ਨਾਂ ਐਨੀ ਬਸੰਤ ਹੈ। ਚਲੋ ਐਨੀ ਬਸੰਤ ਦੇ ਬਾਰੇ ਕੁਝ ਚੀਜ਼ਾਂ ਜਾਣ ਲੈਂਦੇ। ਐਨੀ ਬਸੰਤ ਬਣੀ ਸੀ ਕਾਂਗਰਸ ਦੀ ਪ੍ਰੈਜ਼ੀਡੈਂਟ ਕਲਕੱਤਾ ਸੈਸ਼ਨ 'ਚ 1917 'ਚ, ਤਾਂ ਇਹਨਾਂ ਨੇ ਹੋਮ ਰੂਲ ਲੀਗ ਵੀ ਸਟਾਰਟ ਕੀਤੀ ਸੀ। ਸਰੋਜਨੀ ਨਾਇਡੂ ਫਸਟ ਇੰਡੀਅਨ ਵੂਮਨ ਪ੍ਰੈਜ਼ੀਡੈਂਟ ਬਣਦੀ ਹੈ। ਇਹਨੂੰ ਨਾਈਟਿੰਗੇਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ, ਅਤੇ ਇਹ ਭਾਰਤ ਕੋਕਿਲਾ ਦੇ ਨਾਂ ਤੋਂ ਵੀ ਮਸ਼ਹੂਰ ਨੇ। ਠੀਕ ਹੈ ਜੀ, ਇਹ ਯੂਪੀ ਦੀ ਗਵਰਨਰ ਵੀ ਸੀਗੇ, ਜਿਹਨੂੰ ਯੂਨਾਈਟਿਡ ਪ੍ਰੋਵਿੰਸ ਵੀ ਕਿਹਾ ਜਾਂਦਾ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। Which Congress session formalized the demand for ਪੂਰਨ ਸਵਰਾਜ or full independence for India? ਐਸਾ ਕਿਹੜਾ ਸੈਸ਼ਨ ਸੀਗਾ ਜਿਸ 'ਚ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਰੱਖੀ ਸੀ? ਮੋਸਟ ਇੰਪੋਰਟੈਂਟ ਕੁਐਸਚਨ ਹੈ, ਇਹਦਾ ਆਨਸਰ ਹੈ ਲਾਹੌਰ ਸੈਸ਼ਨ। 1929 'ਚ ਇੱਕ ਲਾਹੌਰ ਸੈਸ਼ਨ ਹੋਇਆ ਸੀਗਾ। ਇਹਦੇ ਪ੍ਰੈਜ਼ੀਡੈਂਟ ਦਾ ਨਾਂ ਹੈ ਚਾਚਾ ਨਹਿਰੂ, ਜਿਹਨੂੰ ਆਪਾਂ ਕਹਿੰਦੇ ਹਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ। ਇਹਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ। ਤਾਂ ਉਹਨਾਂ ਨੇ 1929 ਵਿੱਚ ਹੀ ਡਿਕਲੇਅਰ ਕਰਤਾ ਸੀਗਾ ਕਿ ਆਪਾਂ ਹਰ ਸਾਲ ਪੂਰਨ ਸਵਰਾਜ ਮਨਾਵਾਂਗੇ, ਪਰ ਪੂਰੀ ਆਜ਼ਾਦੀ ਮਨਾਵਾਂਗੇ। ਪਰ ਆਜ਼ਾਦੀ ਸਾਨੂੰ ਬਾਅਦ 'ਚੋਂ ਮਿਲੇਗੀ, ਪਰ ਉਹਨਾਂ ਨੇ ਪਹਿਲੇ ਡਿਕਲੇਅਰ ਕਰ ਦਿੱਤਾ ਸੀਗਾ ਕਿ 26 ਜਨਵਰੀ 1930 ਦੇ ਬਾਅਦ 1930 ਦੇ ਟਾਈਮ ਤੋਂ ਹੀ ਆਪਾਂ ਫੁੱਲ ਇੰਡੀਪੈਂਡੈਂਸ ਡਿਕਲੇਅਰ ਕਰਦੇ ਹਾਂ। ਠੀਕ ਹੈ, ਇਹ ਸਭ ਤੁਹਾਡੇ ਸਾਹਮਣੇ ਡਿਟੇਲ ਲਿਖੀ ਪਈ ਹੈ, ਇਹਨੂੰ ਤੁਸੀਂ ਪੜ੍ਹਨਾ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। Who is known as the prophet of Indian nationalism? ਭਾਰਤੀ ਰਾਸ਼ਟਰਵਾਦ ਦੇ ਪੈਗੰਬਰ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਮਤਲਬ ਕਿਹਨੂੰ ਆਪਾਂ ਪੈਗੰਬਰ ਕਹਿੰਦੇ ਹਾਂ ਭਾਰਤੀ ਰਾਸ਼ਟਰਵਾਦ? Who is known as prophet of Indian nationalism? ਅਤੇ ਇਹਦਾ ਨਾਂ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ ਮੋਸਟ ਇੰਪੋਰਟੈਂਟ ਕੁਐਸਚਨ ਹੈ ਵੀ। ਰਾਜਾ ਰਾਮ ਮੋਹਨ ਰਾਏ ਨੇ ਹੋਰ ਕੀ ਕੀਤਾ ਸੀਗਾ? ਰਾਜਾ ਰਾਮ ਮੋਹਨ ਰਾਏ ਸਾਹਿਬ ਨੇ ਇੱਕ ਸਭਾ ਸਟਾਰਟ ਕੀਤੀ ਸੀ। ਉਸ ਸਭਾ ਦਾ ਨਾਂ ਸੀਗਾ ਬ੍ਰਹਮੋ ਸਮਾਜ ਜਾਂ ਬ੍ਰਹਮੋ ਸਮਾਜ, ਬ੍ਰਹਮੋ ਸਭਾ ਜਾਂ ਬ੍ਰਹਮੋ ਸਮਾਜ ਵੀ ਇਹਨੂੰ ਕਹਿੰਦੇ ਨੇ। ਇਹਨਾਂ ਨੇ ਸਤੀ ਪ੍ਰਥਾ ਵੀ ਖਤਮ ਕੀਤੀ ਸੀਗੀ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਸਤੀ ਪ੍ਰਥਾ ਵੀ ਇਹਨਾਂ ਨੇ ਖਤਮ ਕੀਤਾ ਸੀ, ਅਤੇ ਇਹਨਾਂ ਨੂੰ ਪ੍ਰੋਫਿਟ ਆਫ ਨੈਸ਼ਨਲਿਜ਼ਮ ਵੀ ਕਿਹਾ ਜਾਂਦਾ। ਮਾਡਰਨਾਈਜੇਸ਼ਨ ਇੰਡੀਆ ਵੀ ਸਟਾਰਟ ਕੀਤੀ ਸੀ ਇਹਨਾਂ ਨੇ। ਇਹਨਾਂ ਨੂੰ ਫਾਦਰ ਆਫ ਇੰਡੀਅਨ ਨੈਸ਼ਨਲਿਜ਼ਮ ਵੀ ਕਿਹਾ ਜਾਂਦਾ, ਫਾਦਰ ਆਫ ਇੰਡੀਅਨ ਰੈਨੇਸੈਂਸ ਵੀ ਕਿਹਾ ਜਾਂਦਾ, ਅਤੇ ਕਾਫੀ ਨਾਂ ਤੋਂ ਮਸ਼ਹੂਰ ਨੇ। ਇੱਕ ਹੋਰ ਕੁਐਸਚਨ ਬਣ ਸਕਦਾ ਹੈ, ਦੇਖੋ ਰਾਜਾ ਰਾਮ ਮੋਹਨ ਰਾਏ ਦਾ ਨਾਂ ਰਾਜਾ ਰਾਮ ਨਹੀਂ ਸੀਗਾ, ਇਹਨਾਂ ਦਾ ਨਾਂ ਸੀਗਾ ਮੋਹਨ ਰਾਏ। ਅਤੇ ਇਹਨਾਂ ਨੂੰ ਰਾਜਾ ਦਾ ਟਾਈਟਲ ਕਿਹਨੇ ਦਿੱਤਾ ਸੀਗਾ? ਇਹਨਾਂ ਨੂੰ ਰਾਜਾ ਦਾ ਟਾਈਟਲ ਦੇਣ ਵਾਲੇ ਦਾ ਨਾਂ ਸੀ ਮੁਗਲ ਐਂਪਰਰ ਸੀ, ਉਹਦਾ ਨਾਂ ਸੀ ਅਕਬਰ II। ਇਹ ਵੀ ਕਾਫੀ ਐਗਜ਼ਾਮ 'ਚ ਕੁਐਸਚਨ ਪੁੱਛਿਆ ਗਿਆ। ਮੁਗਲ ਐਂਪਰਰ ਜਿਹੜੇ ਦਿੱਲੀ ਦਾ ਸੁਲਤਾਨ ਸੀਗਾ ਐਂਪਰਰ ਅਕਬਰ II, ਇਸ ਅਕਬਰ II ਨੇ ਇਹਨਾਂ ਨੂੰ ਟਾਈਟਲ ਦਿੱਤਾ ਸੀਗਾ, ਅਕਬਰ II ਨੇ ਟਾਈਟਲ ਦਿੱਤਾ ਸੀਗਾ ਰਾਜਾ ਦਾ। ਬੇਸਿਕਲੀ ਅਕਬਰ II ਚਾਹੁੰਦਾ ਸੀਗਾ ਕਿ ਇਹ ਜਾ ਕੇ ਲੰਡਨ ਜਾ ਕੇ ਮਹਾਰਾਣੀ ਨਾਲ ਗੱਲ ਕਰਨ ਇਹਦੀ ਪੈਨਸ਼ਨ ਵਧਾਉਣ ਲਈ। ਇਸ ਅਕਬਰ II ਦੀ ਪੈਨਸ਼ਨ ਘੱਟ ਹੋਏਗੀ, ਤਾਂ ਇਹਨੇ ਕਿਹਾ ਸੀ ਕਿ ਰਾਜਾ ਮੋਹਨ ਰਾਏ ਸਾਹਿਬ, ਤੂੰ ਸਭ ਤੋਂ ਪੜ੍ਹੇ ਲਿਖੇ ਇਨਸਾਨ ਹੋ ਇੰਡੀਆ ਦੇ, ਤਾਂ ਤੁਸੀਂ ਜਾ ਕੇ ਲੰਡਨ ਜਾ ਕੇ ਮੇਰੀ ਮਹਾਰਾਣੀ ਨਾਲ ਗੱਲ ਕਰੋ,
ठीक है। तो उस वेले इन्होंने सम्मानित किया गया सी राजा के टाइटल तो। चलो नेक्स्ट करते हैं। द इंडियन नेशनल कांग्रेस वॉज एस्टैब्लिश ड्यूरिंग द वाइस रॉयलिटी ऑफ हू अमंग द फॉलोइंग। कहते कि जो इंडियन नैशनल कांग्रेस बनी सी, स्थापना हुई सी, उस वेले वाइस राय कौन सीगा? मोस्ट इंपोर्टेंट क्वेश्चन है। उस वेले वाइस रॉय का नाम सीगा लॉर्ड डफरिन। इंपॉर्टेंट है, तुम याद रखना। बाकी कांग्रेस बारे मैं दस ही चुका। कांग्रेस जो बनी सी 1885 च बनी सी। पहला सैशन कितने होया सी? बॉम्बे च। तो उस टाइम जोड़े वाइस रॉय सीगे उन्हों का नाम सी लॉर्ड डफरिन। नेक्स्ट क्वेश्चन है, हू अमंग द फॉलोइंग वाज नैवर इलैक्टेड एज प्रेजिडेंट ऑफ इंडियन नेशनल कांग्रेस। इन्हां विचों किसनों कदे भी भारतीय राष्ट्रीय कांग्रेस का प्रधान नहीं चुनिया गया? और किहड़ा इन्हां चों चार ऑप्शन विचों किहड़े ऐसे परसन जिन्होंने कभी भी कांग्रेस का प्रेजिडेंट नहीं बनाया गया? देखो, लाला लाजपत राय साहब भी प्रेजिडेंट बने सीगे, महात्मा गांधी साहब भी प्रेजिडेंट सीगे, मोतीलाल नेहरू प्रेजिडेंट सीगे। बाल गंगाधर नूं कभी भी मौका नहीं मिला प्रेजिडेंट बनने का। हाँ, महात्मा गांधी बारे जो गल है, महात्मा गांधी फस्ट तो लास्ट टाइम मतलब एक बार ही बने सीगे। महात्मा गांधी सिर्फ एक बार ही कांग्रेस के प्रेजिडेंट बने सीगे, वो है बेलगांव सैशन। बेलगांव सैशन च महात्मा गांधी फस्ट एंड लास्ट टाइम मतलब महात्मा गांधी कांग्रेस से एक बार ही प्रेजिडेंट रहे। ठीक है। बाकी लाला लाजपत राय, एनी बसंत कदों बने सीगे, सारा डिटेल तुहाडे सामने है। नेक्स्ट है, हेठ लिखिया विचों जिहड़े कथन लिखे ने इन्हां चों विचार करो। सरोजनी नायडू भारतीय राष्ट्रीय कांग्रेस की पहली भारतीय महिला प्रधान सी। आप इहदे चों ये ऑप्शन तो ये चेक करना है कि इन्हां चों किहड़ी राइट ऑप्शन है। तुसीं हमेशा जदों भी क्वेश्चन अटैम्प्ट करो तो ये चेक करना बड़ा जरूरी है कि उहदे च करैक्ट पूछा या इनकरैक्ट पूछा है। कई बार की होंदा आपां पढ़दे ही नहीं, पूरा क्वेश्चन पढ़दे नहीं, आपां बस जो सानूं आंदा सोचदे कि ठीक है बई वो टिक कर दिंदे नहीं। इह च पुछा उन्हें करैक्ट। तो उन्हें पहला पूछा कि सरोजनी नायडू वॉज द फर्स्ट इंडियन वुमन प्रेजिडेंट ऑफ इंडिया। कि सरोजनी नायडू फर्स्ट इंडियन वुमन प्रेजिडेंट ऑफ इंडियन नेशनल कांग्रेस सीगी? आंसर यस, ये तो बिल्कुल सही है, पहली ऑप्शन तो बिल्कुल ठीक है। दूसरा पूछता पाया कि महात्मा गांधी वॉज नैवर इलैक्टेड एज प्रेजिडेंट ऑफ इंडियन नेशनल कांग्रेस। महात्मा गांधी नूं कदे भी इंडियन नेशनल कांग्रेस का प्रधान नहीं चुनिया गया। नहीं जी, ये तो गलत है। तो आंसर की बनया? ओनली वन। ठीक है, क्योंकि सानूं पता है महात्मा गांधी नूं बेलगांव सैशन विच कांग्रेस का प्रेजिडेंट बनाया गया सी। चलो ये डिटेल है तुहाडे सामने। 1925 कानपुर सैशन होया सीगा, उत्थे इंडियन नेशनल कांग्रेस की प्रेजिडेंट बनाई गई सी। किहनूं बनाया गया सी? सरोजनी नायडू नूं। सरोजनी नायडू फर्स्ट इंडियन वूमन इंडियन नेशनल कांग्रेस की प्रेजिडेंट बनी। और महात्मा गांधी बेलगांव सैशन च बने सी 1924 च। नैक्सट क्वेश्चन है, आज़ादी के समय इन्हां विचों कौन भारतीय राष्ट्रीय कांग्रेस का प्रधान सी? कि जदों इंडिया नूं आज़ादी मिली, इंडिया नूं आज़ादी कदों मिली सी? 1947 च। तो उस वेले जदों इंडिया आज़ाद होया तो उस वेले कांग्रेस का प्रधान कौन सीगा? तो इहदा नाम है JB कृपलानी। नेक्स्ट क्वेश्चन है, गांधी जी वॉज नॉट इनवॉल्व इन विच ऑफ द फॉलोइंग मूवमेंट्स। हेठ लिखियां जिहड़े भी अंदोलन इन्हां विचों गांधी जी ने किस अंदोलन विच हिस्सा नहीं लिया? देखो, क्विट इंडिया मूवमेंट, भारत छोड़ो अंदोलन महात्मा गांधी ने हिस्सा लिया, बिल्कुल। इंडिविजुअल सत्याग्रह भी हिस्सा लिया सीगा। खिलाफत मूवमेंट भी महात्मा गांधी ने हिस्सा लिया सीगा। पर स्वदेशी मूवमेंट जिहड़ी 1905 विच हुंदी है, उस वेले महात्मा गांधी तो इंडिया सीगे ही नहीं, उत्ते साउथ अफ्रीका गए सी उस वेले। तो ठीक है, तो इसका आंसर रहेगा स्वदेशी मूवमेंट च महात्मा गांधी ने हिस्सा पार्टिसिपेट नहीं किया सीगा। तो तुहाडे सामने डिटेल है, महात्मा गांधी ने स्वदेशी मूवमेंट च कोई भी इन्वॉल्वमेंट नहीं सी, क्योंकि महात्मा गांधी उस टाइम साउथ अफ्रीका सी। ठीक है, चलो। तो स्वदेशी मूवमेंट किस चीज़ रिलेटेड है? स्वदेशी मूवमेंट है बेसिकली पार्टीशन ऑफ बंगाल के अगेंस्ट होया सी, क्योंकि ब्रिटिश ने डिक्लेयर किया सी कि पार्टीशन ऑफ बंगाल करेंगे। तो उस वेले आपां स्वदेशी मूवमेंट स्टार्ट किया सी इंडिया च। नेक्स्ट है, फर्स्ट ऑल इंडिया मूवमेंट लॉन्च्ड बाय गांधी जी। गांधी जी द्वारा शुरू किया गया पहला ऑल इंडिया अंदोलन हेठ लिखिया विचों केड़ा सीगा? मतलब कि ऐसा केड़ा मूवमेंट सीगा जिहड़ा ऑल इंडिया लैवल पूरे भारत च स्टार्ट किया सी महात्मा गांधी ने? तो देखो, डांडी मार्च भी स्टार्ट किया सी महात्मा गांधी ने, बिल्कुल सही है। चंपारण मूवमेंट भी महात्मा गांधी ने स्टार्ट किया सीगा। रॉलेट सत्याग्रह भी महात्मा गांधी ने स्टार्ट किया सीगा। तो नॉन कोऑपरेशन मूवमेंट भी, असहयोग आंदोलन भी महात्मा गांधी ने स्टार्ट किया सीगा। पर क्वेश्चन की है, क्वेश्चन कहता है इन्हां विचों किहड़ा ऑल इंडिया
ਪੂਰੇ ਭਾਰਤ ਵਿੱਚ ਸਟਾਰਟ ਕੀਤਾ ਸੀਗਾ ਔਰ ਨਾਲ ਉਹ ਪਹਿਲਾ ਮੂਵਮੈਂਟ ਸੀਗਾ? ਤਾਂ ਆਨਸਰ ਹੈ ਰੌਲਟ ਸੱਤਿਆਗ੍ਰਹਿ। ਰੌਲਟ ਸੱਤਿਆਗ੍ਰਹਿ ਮਹਾਤਮਾ ਗਾਂਧੀ ਦਾ ਪਹਿਲਾ ਆਲ ਇੰਡੀਆ ਮੂਵਮੈਂਟ ਸੀਗਾ, ਕਿਉਂਕਿ ਉਸ ਤੋਂ ਪਹਿਲੇ ਜਿਹੜਾ ਚੰਪਾਰਣ ਮੂਵਮੈਂਟ ਕੀਤਾ ਸੀ ਮਹਾਤਮਾ ਗਾਂਧੀ ਨੇ, ਉਹ ਆਲ ਇੰਡੀਆ ਲੈਵਲ ਦਾ ਨਹੀਂ ਸੀਗਾ, ਉਹ ਚੰਪਾਰਣ ਜਗ੍ਹਾ 'ਚ ਸੀ। ਚੰਪਾਰਣ ਕਿੱਥੇ? ਬਿਹਾਰ 'ਚ ਹੀ ਸਟਾਰਟ ਕੀਤਾ ਸੀਗਾ। ਠੀਕ ਹੈ, ਇਹ ਤੁਹਾਡੇ ਡਿਟੇਲ ਹੈ। ਰੌਲਟ ਸੱਤਿਆਗ੍ਰਹਿ ਸਟਾਰਟ ਕੀਤਾ, ਚੰਪਾਰਣ ਮੂਵਮੈਂਟ ਸਟਾਰਟ ਕੀਤਾ 1917 'ਚ, ਫਿਰ 1918 ਫਿਰ ਇਹਦਾ ਅਹਿਮਦਾਬਾਦ ਮਿਲ ਸਟ੍ਰਾਈਕ। ਅਤੇ ਰੌਲਟ ਐਕਟ ਜਿਹੜਾ ਰੌਲਟ ਐਕਟ ਆਇਆ ਸੀਗਾ 1919 'ਚ ਆਇਆ ਸੀਗਾ, ਅਤੇ ਉਦੋਂ ਹੀ 1919 'ਚ ਹੀ ਇਹ ਮੂਵਮੈਂਟ ਸਟਾਰਟ ਕੀਤਾ ਗਿਆ ਰੌਲਟ। ਲਾਸਟ ਕੁਐਸਚਨ ਹੈ, ਜਲਿਆਂਵਾਲਾ ਬਾਗ ਜਿਹੜਾ ਟ੍ਰੈਜਡੀ ਹੋਈ ਸੀਗੀ, ਇਹਨੂੰ ਇਨਵੈਸਟੀਗੇਟ ਕਰਨ ਲਈ ਆਪਾਂ ਇੱਕ ਹੰਟਰ ਕਮੇਟੀ ਬਿਠਾਈ ਗਈ ਸੀ। ਬਸ ਉਸੇ ਬਾਰੇ ਕੁਝ ਕੁਐਸਚਨ ਹੈ ਕਿ ਜਲਿਆਂਵਾਲਾ ਬਾਗ ਟ੍ਰੈਜਡੀ ਨੂੰ ਇਨਵੈਸਟੀਗੇਟ ਕਰਨ ਲਈ ਇਸ ਹੰਟਰ ਕਮਿਸ਼ਨ ਦਾ ਗਠਨ ਕੀਤਾ ਸੀਗਾ। ਦੂਸਰਾ ਹੈ, ਕੋਈ ਵੀ ਇੰਡੀਅਨ ਮੈਂਬਰ ਇਸ ਕਮੇਟੀ ਦਾ ਮੈਂਬਰ ਨਹੀਂ ਸੀਗਾ, ਮਤਲਬ ਕਿਸੇ ਵੀ ਇੰਡੀਅਨ ਬੰਦੇ ਨੂੰ ਇਸ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਗਿਆ ਸੀਗਾ। ਦੇਖੋ, ਸਾਨੂੰ ਇਹ ਚੀਜ਼ ਯਾਦ ਨਹੀਂ, 1919 'ਚ ਇੱਕ ਜਲਿਆਂਵਾਲਾ ਬਾਗ ਟ੍ਰੈਜਡੀ ਹੋਈ ਸੀਗੀ ਅੰਮ੍ਰਿਤਸਰ 'ਚ, ਤਾਂ ਉਸ ਟ੍ਰੈਜਡੀ ਦੇ ਬਾਅਦ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਹੰਟਰ ਕਮੇਟੀ ਬਿਠਾਈ ਗਈ ਸੀ ਤਾਂ ਕਿ ਇਨਵੈਸਟੀਗੇਟ ਕੀਤਾ ਜਾਏ ਕਿ ਵੀ ਜਲਿਆਂਵਾਲਾ ਬਾਗ 'ਚ ਕੀ ਹੋਇਆ ਸੀ, ਕਿਹਦੀ ਗਲਤੀ ਸੀ। ਤਾਂ ਪਹਿਲੀ ਆਪਸ਼ਨ ਤਾਂ ਬਿਲਕੁਲ ਠੀਕ ਹੈ ਕਿ ਹੰਟਰ ਕਮਿਸ਼ਨ ਦਾ ਗਠਨ ਕੀਤਾ ਗਿਆ ਸੀਗਾ ਜਲਿਆਂਵਾਲਾ ਬਾਗ ਟ੍ਰੈਜਡੀ ਨੂੰ ਇਨਵੈਸਟੀਗੇਟ ਕਰਨ ਲਈ। ਦੂਸਰਾ ਕਿ ਇਸ ਕਮੇਟੀ ਵਿੱਚ ਕੋਈ ਵੀ ਇੰਡੀਅਨ ਮੈਂਬਰ ਨਹੀਂ ਸੀਗਾ, ਆਨਸਰ ਨੋ, ਇਹ ਗਲਤ ਹੈ। ਇਸ ਕਮੇਟੀ ਵਿੱਚ ਇੰਡੀਅਨ ਮੈਂਬਰ ਸੀਗੇ, ਤਾਂ ਦੈਟ ਮੀਨਸ ਰਾਈਟ ਆਨਸਰ ਇਜ਼ ਓਨਲੀ 1। ਤਾਂ ਆਪਾਂ ਇਹਦਾ ਵਰਸ ਪੜ੍ਹ ਲੈਂਦੇ ਹਾਂ। ਜਲਿਆਂਵਾਲਾ ਬਾਗ ਕਮੇਟੀ ਸੀ ਇਨਵੈਸਟੀਗੇਟ ਕਰਨ ਲਈ ਬਣਾਈ ਗਈ ਸੀ ਜਲਿਆਂਵਾਲਾ ਬਾਗ ਟ੍ਰੈਜਡੀ, ਅਤੇ ਇਸ ਕਮੇਟੀ ਵਿੱਚ ਟੋਟਲ 7 ਮੈਂਬਰ ਸੀਗੇ, 4 ਬ੍ਰਿਟਿਸ਼ ਅਤੇ 3 ਇੰਡੀਅਨਸ। ਓਕੇ, ਤਾਂ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਅਗਰ ਤੁਹਾਡਾ ਕੋਈ ਵੀ ਡਾਊਟ ਹੋਏਗਾ ਜਾਂ ਕੋਈ ਹੋਰ ਵੀ ਕੁਐਰੀ ਹੋਏਗੀ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ 'ਚ ਲਿਖਣਾ। ਥੈਂਕ ਯੂ।